कुछ कहाता हनेरा जरेगा कि मैं चुप रहाता समाधान की कहणगे। गीत दी मौत इस रात जे हो गई, मेरा जीना मेरे यार किंज सहणगे। इस अदालत च बंदे बिरख हो गए, फैसले सुन दिया सुक गए। आखो ऐनानू जड़े करी जान हुन, कदों तीक है थे खड़े रहणगे। कुछ कहाता हनेरा जरेगा कि मैं चुप रहाता समाधान की कहणगे। जार मेरे जो इस हासते मर गए, कि मैं होना दे दुख दा बनावांगा गीत। जे मैं चुप ही रहा, जे मैं कुछ ना कहा, बन के रूहां सदा पटक दे रहणगे। कुछ कहाता हनेरा जरेगा कि मैं चुप रहाता समाधान की कहणगे। जो बदेशा च रुलदे ने रोजी लई, ओ जदों देश पर तंगे अपने कदी। कुछ तासे कंगे मादे सिवे दी अगन, बाकी कबरां दे रुख हेठ जा बैणगे। कुछ कहाता हनेरा जरेगा कि मैं चुप रहाता समाधान की कहणगे। किए इंसाफ हो मैं दे पुत करनगे, किए खामोश पत्थर दे बुत करनगे। जो सलीबात टंगे निरथने नहीं, राज बदलंगे सूरज चढ़न लैणगे। कुछ कहाता हनेरा जरेगा कि मैं चुप रहाता समाधान की कहणगे। हे जो रंगा चितरे ने खुर जाणगे, ये जो मर मर च उकरे ने मिट जाणगे। बलदे हत्थां ने जेड़े हवा बिच लिखे, हरफ ओही हमेशा लिखे रहणगे। कुछ कहाता हनेरा जरेगा कि मैं चुप रहाता समाधान की कहणगे। ये भी शायद मेरा अपना वहम है, कि कोई दीवा जगेगा मेरी कबर ते। जे हवा ए रही कबरां उत्ते ताकि, सब घरां च भी दीवे बुझे रहणगे। कुछ कहाता हनेरा जरेगा कि मैं
चुप रहा तां समाधान की कहणगे। गीत दी मौत इस रात जे हो गई, मेरा जीना मेरे यार किंज सहणगे। मेरा जीना मेरे यार किंज सहणगे। ਇਹ ਖੂਬਸੂਰਤ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਨੂੰ ਲਿਖਿਆ ਹੈ ਪਦਮ ਸ਼੍ਰੀ ਡਾਕਟਰ ਸਰਜੀਤ ਪਾਤਰ ਜੀ ਨੇ, ਜੋ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ 11ਵੀਂ ਜਮਾਤ ਦੀ ਪੁਸਤਕ ਵਿੱਚ ਦਰਜ ਹੈ। ਇਸ ਨੂੰ ਸੁਣ ਕੇ ਸਾਡੇ ਅੰਦਰ ਨਵੇਂ ਸਵਾਲ ਉੱਠਦੇ ਹਨ ਜੋ ਮੌਜੂਦਾ ਪ੍ਰਬੰਧ ਵਿੱਚ ਬਦਲਾਵ ਦਾ ਸੁਨੇਹਾ ਦਿੰਦੇ ਨੇ। ਇਸ ਰਚਨਾ ਨੂੰ ਸੁਣ ਕੇ ਜਾਂ ਪੜ੍ਹ ਕੇ ਸਾਡੇ ਅੰਦਰ ਇੱਕ ਨਵੀਂ ਚਿੰਗ ਲੱਗਦੀ ਹੈ। ਇਸ ਨੂੰ ਆਖਦੇ ਹਨ ਸਾਹਿਤ ਦੀ ਕਰਾਮਾਤ, ਸਾਹਿਤ ਦੀ ਜਾਦੂਗਰੀ। ਇਹ ਸਾਨੂੰ ਕਿਸੇ ਹੋਰ ਸੰਸਾਰ ਵਿੱਚ ਲੈ ਜਾਂਦੀ ਹੈ। ਡਾਕਟਰ ਸਰਜੀਤ ਪਾਤਰ ਜੀ ਦੀ ਇਹ ਰਚਨਾ ਅਜੋਕੇ ਦੌਰ ਵਿੱਚ ਸਾਰੀ ਦੁਨੀਆ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਪੰਜਾਬੀ ਕਵੀਆਂ ਦੇ ਵਿੱਚ ਨਾਂ ਆਉਂਦਾ ਹੈ ਸਰਜੀਤ ਪਾਤਰ ਜੀ ਦਾ। ਇਹਨਾਂ ਦੀਆਂ ਕੁਝ ਹੋਰ ਰਚਨਾਵਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦੇ ਗਵਾਹ ਬਣਦੇ ਨੇ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਮੈਂ ਲੱਭ ਕੇ ਲਿਆਵਾਂਗਾ ਕਲਮਾਂ ਤੋਂ ਫੁੱਲਾਂ ਜੋਗੀ ਜ਼ਮੀਨ ਰੱਖੀ। ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਰਚਨਾਵਾਂ ਦਾ ਜਾਦੂ ਸਾਡੇ ਪਾਠਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਸਾਡੇ ਕਾਲਜਾਂ ਵਿੱਚ, ਸਾਡੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਸਾਰੇ ਵਿਦਿਆਰਥੀ ਇਹਨਾਂ ਦੀਆਂ ਰਚਨਾਵਾਂ ਨੂੰ ਵੱਖ-ਵੱਖ ਮੁਕਾਬਲਿਆਂ ਦੇ ਵਿੱਚ, ਵੱਖ-ਵੱਖ ਸਮਾਗਮਾਂ ਦੇ ਵਿੱਚ ਗਾਉਂਦੇ ਨੇ। ਪਾਤਰ ਸਾਹਿਬ ਆਪ ਤਰਨਮ ਦੇ ਵਿੱਚ ਗਾ ਕੇ ਜਦੋਂ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਨੇ। ਉਹਨਾਂ ਦੀ ਆਵਾਜ਼ ਵਿੱਚ ਇੱਕ ਖਿੱਚ ਹੈ, ਕਸ਼ਿਸ਼ ਹੈ। ਸੋ ਉਹਨਾਂ ਦੇ ਆਪਾਂ ਪਹਿਲਾਂ ਜੀਵਨ ਬਾਰੇ ਗੱਲ ਕਰ ਲੈਂਦੇ ਹਾਂ। ਸਰਜੀਤ ਪਾਤਰ ਜੀ ਦਾ ਜਨਮ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਵਿਖੇ ਸਰਦਾਰ ਹਰਭਜਨ ਸਿੰਘ ਦੇ ਘਰ 1945 ਈਸਵੀ ਨੂੰ ਹੋਇਆ। ਆਪ ਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਪਾਸ ਕਰਕੇ ਖਾਲਸਾ ਹਾਈ ਸਕੂਲ ਖਹਿਰਾ ਮੱਝਾ ਤੋਂ 10ਵੀਂ ਪਾਸ ਕੀਤੀ। ਰਣਧੀਰ ਗੌਰਮੈਂਟ ਕਾਲਜ ਕਪੂਰਥਲਾ ਤੋਂ BA ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MA ਪਾਸ ਕੀਤੀ। 1969 ਈਸਵੀ ਵਿੱਚ ਆਪ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿੱਚ ਲੈਕਚਰਰ ਲੱਗ ਗਏ। ਲਗਭਗ 2 ਸਾਲ ਬਾਅਦ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਿਸਰਚ ਫੈਲੋ ਬਣ ਗਏ। ਸਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਦੇ ਤੌਰ ਤੇ ਹੋਈ। ਆਪ ਨੇ ਪੰਜਾਬੀ ਗਜ਼ਲ ਨੂੰ ਬੌਧਿਕ ਅਤੇ ਯਥਾਰਥਕ ਮਸਲਿਆਂ ਨਾਲ ਜੋੜ ਕੇ ਇੱਕ ਨਵਾਂ ਮੋੜ ਦੇਣ ਦਾ ਯਤਨ ਕੀਤਾ ਹੈ। ਆਪ ਨੇ ਗਜ਼ਲ ਦੇ ਰੂਪਕ ਪੱਖ ਨਾਲੋਂ ਗਜ਼ਲ ਦੇ ਵਿਸ਼ੇ ਵੱਲ ਵਧੇਰੇ ਧਿਆਨ ਦਿੱਤਾ। ਆਪ ਦੀਆਂ ਕੁਝ ਨਜ਼ਮਾਂ ਹਵਾ ਵਿੱਚ ਲਿਖੇ ਹਰਫ ਗਜ਼ਲ ਸੰਗ੍ਰਹਿ ਤੋਂ ਪਹਿਲਾਂ ਕੋਲਾਜ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਇਹਨਾਂ ਨਜ਼ਮਾਂ ਵਿੱਚ ਆਪ ਨੇ ਸਮਾਜਿਕ ਅਤੇ ਰਾਜਸੀ ਪ੍ਰਬੰਧ ਉੱਤੇ ਤਿੱਖਾ ਬਿਆਨ ਕੀਤਾ ਹੈ। ਆਪ ਨੇ ਰਾਜਸੀ ਪ੍ਰਬੰਧ ਦੀ ਸਥਾਪਤੀ ਦਾ ਵਿਅੰਗਮਈ ਚਿੱਤਰ ਪੇਸ਼ ਕੀਤਾ ਹੈ। ਆਪ ਦੀਆਂ ਕੁਝ ਪੁਸਤਕਾਂ ਵਿਰਖ, ਅਰਜ ਕਰੇ, ਹਵਾ ਵਿੱਚ ਲਿਖੇ ਹਰਫ, ਲਫ਼ਜ਼ਾਂ ਦੀ ਦਰਗਾਹ, ਸੁਰ ਜ਼ਮੀਨ, ਹਨੇਰੇ ਵਿੱਚ ਸੁਲਗਦੀ ਵਰਨਮਾਲਾ ਵਰਨਣਯੋਗ ਹਨ। ਸੁਰਜੀਤ ਪਾਤਰ ਨੇ ਭਾਰਤੀ ਸਾਹਿਤ ਅਕਾਦਮੀ ਅਵਾਰਡ 1993, ਭਾਸ਼ਾ ਵਿਭਾਗ ਪੰਜਾਬ ਪੁਰਸਕਾਰ 1970, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੁਰਸਕਾਰ 1985 ਤੇ ਪੰਜਾਬੀ ਅਕਾਦਮੀ ਦਿੱਲੀ 1993, ਕਬੀਰ ਸਨਮਾਨ, ਪਦਮ ਸ਼੍ਰੀ ਆਦਿ ਸਾਹਿਤਕ ਮਾਣ ਸਨਮਾਨ ਹਾਸਲ ਕੀਤੇ ਹਨ। ਇਸ ਕਾਵਿ ਸੰਗ੍ਰਹਿ ਲਈ ਆਪ ਦੀ ਇੱਕ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਸ਼ਾਮਲ ਕੀਤੀ ਗਈ ਹੈ। ਇਸ ਵਿੱਚ ਸਮਕਾਲੀ ਪ੍ਰਬੰਧ ਉੱਤੇ ਬਹੁਤ ਦਿਸ਼ਾਵੀ ਵਿਅੰਗ ਕੀਤਾ ਗਿਆ ਹੈ। ਸੋ ਪਿਆਰੇ ਵਿਦਿਆਰਥੀਓ, ਜੇ ਆਪਾਂ ਸਿੱਖਿਆ ਅਤੇ ਸਾਹਿਤ ਦੇ ਉਦੇਸ਼ ਦੀ, ਸਿੱਖਿਆ ਅਤੇ ਸਾਹਿਤ ਦੇ ਸਾਨੂੰ ਲਾਭ ਦੀ ਗੱਲ ਕਰੀਏ ਤਾਂ ਦੋਵਾਂ ਦਾ ਉਦੇਸ਼ ਕੇਵਲ ਸੰਸਾਰ ਬਾਰੇ ਗਿਣਵਾਂ ਤੁਲਵਾਂ ਗਿਆਨ ਹਾਸਲ ਕਰਨਾ ਹੀ ਨਹੀਂ, ਸਗੋਂ ਇਸ ਦਾ ਸਭ ਤੋਂ ਅਹਿਮ ਮਹੱਤਵ ਮਨੁੱਖੀ ਮਨ ਤੇ ਰੂਹ ਦਾ ਅਜਿਹਾ ਰੂਪਾਂਤਰਣ ਹੈ ਜਿਹੜਾ ਮਨੁੱਖ ਨੂੰ ਇਸ ਕਾਬਲ ਬਣਾ ਦੇਵੇ ਕਿ ਉਹ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਸੁਚੱਜ ਅਤੇ ਰੱਜ ਨਾਲ ਜਿਉ ਸਕੇ, ਬਲਕਿ ਉਹ ਜਿਸ ਸਮਾਜ ਵਿੱਚ ਰਹਿੰਦਾ ਹੈ, ਵਿਚਰਦਾ ਹੈ, ਉਸ ਸਮਾਜ ਦੇ ਹਰ ਕਾਰਜ ਖੇਤਰ ਵਿੱਚ ਆਪਣੀ ਸਿਰਜਣਾਤਮਕ ਸ਼ਮੂਲੀਅਤ ਦਾ ਪ੍ਰਗਟਾਵਾ ਕਰ ਸਕੇ। ਮਨੁੱਖੀ ਜ਼ਿੰਦਗੀ ਆਪਣੇ ਆਪ ਵਿੱਚ ਬੜੀ ਹੀ ਖੂਬਸੂਰਤ ਹੈ। ਲੋੜ ਹੈ ਇਸ ਖੂਬਸੂਰਤੀ ਨੂੰ ਪਛਾਣਨ ਦੀ, ਸਲਾਹੁਣ ਦੀ ਤੇ ਇਸ ਨੂੰ ਹੋਰ ਖੂਬਸੂਰਤ ਬਣਾਉਣ ਦੀ। ਪੁਸਤਕਾਂ ਸਾਡੀ ਜ਼ਿੰਦਗੀ ਨੂੰ ਹੋਰ ਅਰਥਪੂਰਨ ਅਤੇ ਮਹੱਤਵਪੂਰਨ ਬਣਾਉਂਦੀਆਂ ਹਨ। ਸਾਹਿਤ ਸਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦਾ ਹੈ, ਸਾਡੀ ਸੰਵੇਦਨਸ਼ੀਲਤਾ ਨੂੰ ਜਗਾਉਂਦਾ ਹੈ।
ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ 11ਵੀਂ ਸ਼੍ਰੇਣੀ ਦਾ 94ਵਾਂ ਵਿਸ਼ਾ ਪੰਜਾਬੀ ਦੀ ਮਹੱਤਵਪੂਰਨ ਪੁਸਤਕ ਹੈ। ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਜੀਵਨ ਤੇ ਸੱਭਿਆਚਾਰ ਦੇ ਵਿਭਿੰਨ ਪੱਖਾਂ ਬਾਰੇ ਬੁਨਿਆਦੀ ਵਾਕਫੀਅਤ ਅਤੇ ਇਹਨਾਂ ਦੀ ਸਲੋਤਾ ਇਸ ਪਾਠ ਪੁਸਤਕ ਦੀ ਸਿਫਤ ਹੈ। ਇਸ ਦਾ ਮੁੱਖ ਮਨੋਰਥ ਪੰਜਾਬੀ ਕਵਿਤਾ ਦੀਆਂ ਆਧੁਨਿਕ ਵੰਨਗੀਆਂ, ਗੀਤ, ਗਜ਼ਲ, ਨਜ਼ਮ, ਰਵਾਈ, ਖੁੱਲੀ ਕਵਿਤਾ ਦੇ ਵਿਦਿਆਰਥੀਆਂ ਨੂੰ ਪੰਜਾਬੀ ਕਵਿਤਾ ਦੀ ਅਮੀਰ ਪਰੰਪਰਾ ਤੋਂ ਜਾਣੂ ਕਰਵਾਉਣਾ ਹੈ। ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਵਿਰਤੀਆਂ ਦੀ ਝਲਕ ਤੇ ਇਤਿਹਾਸ ਇਸ ਪਾਠ ਪੁਸਤਕ ਵਿੱਚ ਵੇਖੀ ਜਾ ਸਕਦੀ ਹੈ। ਇਸ ਲੜੀ ਤਹਿਤ ਹੀ ਡਾਕਟਰ ਸੁਰਜੀਤ ਪਾਤਰ ਜੀ ਦੀ ਰਚਨਾ ਇਸ ਪਾਠ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਹੈ। ਡਾਕਟਰ ਸੁਰਜੀਤ ਪਾਤਰ ਜੀ, ਜਿਵੇਂ ਕਿ ਆਪਾਂ ਗੱਲ ਕਰ ਚੁੱਕੇ ਹਾਂ ਕਿ ਅੱਜ ਦੇ ਸਮੇਂ ਦੇ ਅਜੋਕੇ ਦੌਰ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਸਾਡੇ ਕਵੀ ਨੇ। ਚਾਹੇ ਪਾਕਿਸਤਾਨ ਦੇ ਪੰਜਾਬੀ ਹੋਣ, ਚਾਹੇ ਭਾਰਤ ਵਿੱਚ ਬੈਠੇ ਪੰਜਾਬੀ ਹੋਣ, ਚਾਹੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਹੋਣ, ਤਾਂ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਨੂੰ ਸਾਰੇ ਲੋਕ ਪਿਆਰ ਕਰਦੇ ਨੇ। ਉਹਨਾਂ ਦੀਆਂ ਕਈ ਕਿਤਾਬਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਪਾਠਕ ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਦੇ ਨੇ। ਉਹਨਾਂ ਦੀਆਂ ਰਚਨਾਵਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ। ਸੋ ਆਪਾਂ ਉਹਨਾਂ ਦੀ ਇਸ ਰਚਨਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਕੁਝ ਔਖੇ ਸ਼ਬਦਾਂ ਦੇ ਅਰਥ ਜਿਹੜੇ ਤੁਹਾਡੀ ਪੁਸਤਕ ਦੇ ਵਿੱਚ ਦਿੱਤੇ ਹੋਏ ਹਨ ਉਹ ਪੜ੍ਹਦੇ ਹਾਂ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਿ ਜੇਕਰ ਸਾਡੇ ਕੋਲ ਕਾਪੀ ਤੇ ਪੈਨ ਪਹਿਲਾਂ ਹੀ ਰੱਖੇ ਹੋਏ ਹਨ ਤਾਂ ਉਹਨਾਂ ਵਿਦਿਆਰਥੀਆਂ ਨੂੰ ਸ਼ਾਬਾਸ਼। ਜੇਕਰ ਕਾਪੀ ਤੇ ਪੈਨ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਆਪਣੇ ਕੋਲ ਕਾਪੀ ਤੇ ਪੈਨ ਜ਼ਰੂਰ ਰੱਖ ਲੈਣੇ, ਕਿਉਂਕਿ ਜਦੋਂ ਵੀ ਅਸੀਂ ਕਿਸੇ ਕਵੀ ਦੀ ਕੋਈ ਰਚਨਾ ਪੜ੍ਹਦੇ ਹਾਂ ਜਾਂ ਗਾਉਂਦੇ ਹਾਂ ਜਾਂ ਸੁਣਦੇ ਹਾਂ ਤਾਂ ਇਸ ਤਰ੍ਹਾਂ ਦੇ ਬਹੁਤ ਕੁਝ ਨਵੇਂ ਸ਼ਬਦ ਹੁੰਦੇ ਹਨ, ਉਹਨਾਂ ਦੇ ਨਵੇਂ ਅਰਥ ਹੁੰਦੇ ਹਨ। ਜੇਕਰ ਆਪਾਂ ਉਹਨਾਂ ਨੂੰ ਲਿਖ ਲੈਂਦੇ ਹਾਂ ਤਾਂ ਉਹ ਸਾਨੂੰ ਹਮੇਸ਼ਾ ਲਈ ਯਾਦ ਰਹਿੰਦੇ ਹਨ ਅਤੇ ਅਸੀਂ ਇਸ ਤੋਂ ਬਾਅਦ ਜਦੋਂ ਵੀ ਚਾਹੀਏ ਉਹਨਾਂ ਸ਼ਬਦਾਂ ਨੂੰ ਬਾਰ-ਬਾਰ ਪੜ੍ਹ ਸਕਦੇ ਹਾਂ, ਕਿਉਂਕਿ ਜਿਨ੍ਹਾਂ ਸ਼ਬਦਾਂ ਨੂੰ ਅਸੀਂ ਯਾਦ ਕਰ ਲਵਾਂਗੇ ਓਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਸ਼ਬਦਾਂ ਦਾ ਅਸਰ ਹੋਵੇਗਾ ਅਤੇ ਇਸ ਅਸਰ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਹਾਂ। ਕਿਉਂਕਿ ਡਾਕਟਰ ਸੁਰਜੀਤ ਪਾਤਰ ਜੀ ਹੋਰਾਂ ਦੀਆਂ ਰਚਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਪੈਦਾ ਕਰਦੀਆਂ ਨੇ, ਇੱਕ ਨਵੀਂ ਚਿਣਗ ਲਾਉਂਦੀਆਂ ਨੇ, ਨਵੇਂ ਸਵਾਲ ਸਾਡੇ ਅੰਦਰ ਜਗਾਉਂਦੀਆਂ ਨੇ, ਸਾਨੂੰ ਹੋਰ ਸੰਵੇਦਨਸ਼ੀਲ ਬਣਾਉਂਦੀਆਂ ਨੇ, ਸਾਡੀ ਸੰਵੇਦਨਸ਼ੀਲਤਾ ਨੂੰ ਹੋਰ ਨਵੇਂ ਅਰਥ ਦਿੰਦੀਆਂ ਨੇ। ਸੋ ਸਾਡੇ ਲਈ ਸਾਰਿਆਂ ਲਈ ਬੜੀ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੌਰ ਵਿੱਚ ਡਾਕਟਰ ਸੁਰਜੀਤ ਪਾਤਰ ਜੀ ਲਿਖ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਪੜ੍ਹ ਰਹੇ ਹਾਂ, ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਸੁਣ ਰਹੇ ਹਾਂ। ਇਹ ਸਾਡੇ ਸਾਰਿਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਉਹਨਾਂ ਦੀ ਰਚਨਾ ਦੇ ਵਿੱਚੋਂ ਕੁਝ ਔਖੇ ਸ਼ਬਦਾਂ ਦੇ ਅਰਥ। ਸ਼ਮਾਦਾਨ ਪ੍ਰਾਚੀਨ ਸਮੇਂ ਤੇਲ ਦੀ ਮਦਦ ਨਾਲ ਰੋਸ਼ਨੀ ਕਰਨ ਦਾ ਸਾਧਨ, ਜਿਵੇਂ ਅੱਜ ਅਸੀਂ ਰੋਸ਼ਨੀ ਕਰਨ ਲਈ ਬਲਬ, ਟਿਊਬਲਾਈਟ ਅਤੇ ਹੋਰ ਇਸ ਤਰ੍ਹਾਂ ਦੇ ਸਾਧਨ ਵਰਤਦੇ ਹਾਂ। ਪੁਰਾਤਨ ਸਮੇਂ ਦੇ ਵਿੱਚ ਸ਼ਮਾਦਾਨ ਜੋ ਚਾਨਣ ਲਈ, ਰੋਸ਼ਨੀ ਲਈ ਜਿਸ ਦੀ ਵਰਤੋਂ ਹੁੰਦੀ ਸੀ ਉਸ ਨੂੰ ਸ਼ਮਾਦਾਨ ਕਿਹਾ ਜਾਂਦਾ ਸੀ। ਬਿਰਖ, ਰੁੱਖ, ਰੋਜ਼ੀ, ਰੋਟੀ, ਖਾਮੋਸ਼, ਚੁੱਪ। ਇਨਸਾਫ ਦਾ ਅਰਥ ਹੈ ਨਿਆਂ। ਹਰਫ ਦਾ ਅਰਥ ਹੈ ਅੱਖਰ। ਅਤੇ ਹੁਣ ਆਪਾਂ ਅਭਿਆਸ ਦੇ ਵਿੱਚ ਜੋ ਸਾਡੇ ਪਾਠ ਪੁਸਤਕ ਦੇ ਵਿੱਚ ਲਿਖਿਆ ਹੈ, ਹੇਠ ਲਿਖੇ ਕਾਵਿ ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਪ੍ਰੀਖਿਆ ਦੇ ਵਿੱਚ ਪਹਿਲਾਂ ਅਸੀਂ ਕਿਸੇ ਵੀ ਰਚਨਾ ਦਾ ਪ੍ਰਸੰਗ ਲਿਖਣਾ ਹੁੰਦਾ ਹੈ, ਉਸ ਤੋਂ ਬਾਅਦ ਅਸੀਂ ਉਸ ਦੀ ਵਿਆਖਿਆ ਕਰਨੀ ਹੁੰਦੀ ਹੈ। ਪ੍ਰਸੰਗ ਤੋਂ ਭਾਵ ਇਸ ਰਚਨਾ ਨੂੰ ਕਿਸ ਕਵੀ ਨੇ ਲਿਖਿਆ ਹੈ, ਕਿਸ ਪੁਸਤਕ ਦੇ ਵਿੱਚ ਇਹ ਰਚਨਾ ਸ਼ਾਮਲ ਹੈ ਅਤੇ ਕਵੀ ਕਹਿਣਾ ਕੀ ਚਾਹੁੰਦਾ ਹੈ। ਪ੍ਰਸੰਗ ਦੇ ਵਿੱਚ ਅਸੀਂ ਇਹ ਗੱਲਾਂ ਲਿਖਣੀਆਂ ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਵਿਆਖਿਆ ਦੇ ਵਿੱਚ ਭਾਵ ਕਵੀ ਦੀ ਜੋ ਉਸਨੇ ਸ਼ਬਦ ਲਿਖੇ ਹਨ ਉਹਨਾਂ ਦੇ ਅਸੀਂ ਭਾਵ ਅਰਥ ਦੱਸਣੇ ਹੁੰਦੇ ਹਨ, ਉਹਨਾਂ ਦੀ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਵਿਆਖਿਆ ਕਰਨੀ ਹੁੰਦੀ ਹੈ। ਸੋ ਪਹਿਲਾਂ ਆਪਾਂ ਪ੍ਰਸੰਗ ਬਾਰੇ ਗੱਲ ਕਰਦੇ ਹਾਂ। ਪ੍ਰਸੰਗ ਆਪਾਂ ਇਸ ਤਰ੍ਹਾਂ ਲਿਖਾਂਗੇ। ਇਹ ਕਾਵਿ ਟੋਟਾ ਭਾਵ ਉਹਨਾਂ ਦੀ ਪੂਰੀ ਰਚਨਾ ਦਾ ਇੱਕ ਟੁਕੜਾ, ਇਸ ਨੂੰ ਕਾਵਿ ਟੋਟਾ ਕਿਹਾ ਜਾਂਦਾ ਹੈ। ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਦੀ ਲਿਖੀ ਹੋਈ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਵਿੱਚੋਂ ਲਿਆ ਗਿਆ ਹੈ। ਇਸ ਗਜ਼ਲ ਦੇ ਸ਼ੇਅਰਾਂ ਵਿੱਚ ਕਵੀ ਨੇ ਵਰਤਮਾਨ ਸਿਆਸੀ ਹਨੇਰਗਰਦੀ ਅਤੇ ਅਨਿਆਂ ਦੇ ਯੁੱਗ ਵਿੱਚ ਮਨੁੱਖੀ ਬੇਵਸੀ ਅਤੇ ਨਿਰਾਸ਼ਾ ਨੂੰ ਅੰਕਿਤ ਕੀਤਾ ਹੈ। ਇਹ ਇਸ ਗਜ਼ਲ ਦਾ ਆਰੰਭਕ ਸ਼ੇਅਰ ਹੈ ਜਿਸ ਨੂੰ ਮਕਤਾ ਕਿਹਾ ਜਾਂਦਾ ਹੈ। ਵਿਆਖਿਆ ਆਪਾਂ ਇਸ ਤਰ੍ਹਾਂ ਕਰਾਂਗੇ। ਕਵੀ ਕਹਿੰਦਾ ਹੈ ਕਿ ਜੇਕਰ ਮੈਂ ਆਪਣੇ ਗੀਤ ਵਿੱਚ ਸੱਚੀ ਗੱਲ ਕਹੀ ਤਾਂ ਹਨੇਰਾ ਭਾਵ
ਅਗਿਆਨਤਾ ਫੈਲਾਉਣ ਵਾਲੀਆਂ ਸ਼ਕਤੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਪਰ ਜੇਕਰ ਚੁੱਪ ਰਿਹਾ ਤਾਂ ਅਸਲੀਅਤ ਦਾ ਚਾਨਣ ਫੈਲਾਉਣ ਵਾਲੇ ਸ਼ਮਾਦਾਨ ਰੂਪੀ ਵਿਅਕਤੀ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ। ਕੁਝ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਜੇਕਰ ਇਸ ਅਗਿਆਨਤਾ ਦੇ ਹਨੇਰੇ ਦਾ ਪਸਾਰ ਕਰਨ ਵਾਲੀ ਰਾਤ ਵਿੱਚ ਮੇਰੇ ਗੀਤ ਦੀ ਮੌਤ ਹੋ ਗਈ, ਅਰਥਾਤ ਉਸ ਨੂੰ ਨਾ ਗਾਇਆ ਗਿਆ, ਤਾਂ ਮੇਰੇ ਦੋਸਤ ਮੇਰੀ ਇਸ ਕਮਜ਼ੋਰੀ ਨੂੰ ਸਹਿਣ ਨਹੀਂ ਕਰ ਸਕਣਗੇ ਅਤੇ ਉਹ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ। ਅੱਗੇ ਲਿਖਿਆ ਹੈ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਪ੍ਰਸੰਗ ਆਪਾਂ ਜਿਸ ਤਰ੍ਹਾਂ ਪਹਿਲੇ ਕਾਵ ਟੋਟੇ ਦਾ ਲਿਖਿਆ ਹੈ ਉਸੇ ਤਰ੍ਹਾਂ ਹੀ ਲਿਖਣਾ ਹੈ। ਇਸ ਦੇ ਵਿੱਚ ਬਹੁਤ ਵੱਡਾ ਸਵਾਲ ਕੀਤਾ ਹੈ ਉਹਨਾਂ ਨੇ ਅਜੋਕੇ ਸਿਸਟਮ ਦੇ, ਅਜੋਕੇ ਪ੍ਰਬੰਧ ਦੇ ਉੱਤੇ ਕਿ ਉਮਰਾਂ ਬੀਤ ਜਾਂਦੀਆਂ ਨੇ, ਲੋਕਾਂ ਨੂੰ ਇਨਸਾਫ ਦੀ ਉਡੀਕ ਦੇ ਵਿੱਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਇਸ ਬਾਰੇ ਉਹ ਲਿਖਦੇ ਨੇ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਬਿਰਖ ਭਾਵ ਰੁੱਖ। ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਵਿੱਚ ਸਿਆਸੀ ਲੋਕਾਂ ਦੀਆਂ ਖੁਦਗਰਜ਼ੀਆਂ ਕਾਰਨ ਕਿਸੇ ਨੂੰ ਨਿਆਂ ਨਹੀਂ ਮਿਲਦਾ। ਇਸ ਦੀ ਅਦਾਲਤ ਵਿੱਚ ਲੋਕਾਂ ਦੇ ਝਗੜੇ ਲਮਕਾਏ ਜਾਂਦੇ ਹਨ। ਇਸ ਦੀ ਅਦਾਲਤ ਵਿੱਚ ਆਪਣੇ ਫੈਸਲਿਆਂ ਨੂੰ ਸੁਣਨ ਦੀ ਉਡੀਕ ਵਿੱਚ ਰੁੱਖਾਂ ਵਾਂਗ ਜੜ ਵਸਤੂ ਬਣੇ ਲੋਕ ਆਖਰ ਬੁਰੀ ਤਰ੍ਹਾਂ ਸੁੱਕ ਗਏ ਹਨ। ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਇਹਨਾਂ ਲੋਕਾਂ ਨੂੰ ਕਹੋ ਕਿ ਉਹਨਾਂ ਨੂੰ ਫੈਸਲੇ ਸੁਣਨ ਲਈ ਹੋਰ ਖੜੇ ਰਹਿਣ ਦਾ ਕੋਈ ਫਾਇਦਾ ਨਹੀਂ। ਉਹ ਇਨਸਾਫ ਦੀ ਆਸ ਲਾ ਕੇ ਚੁੱਪ ਕਰਕੇ ਆਪਣੇ ਉਜੜੇ ਪੁਜੜੇ ਘਰਾਂ ਨੂੰ ਚਲੇ ਜਾਣ। ਬਹੁਤ ਵੱਡੀ ਤਰਾਸਦੀ ਅਜੋਕੇ ਦੌਰ ਦੀ ਸੱਚਾਈ ਉਹਨਾਂ ਨੇ ਇਹਨਾਂ ਸਤਰਾਂ ਦੇ ਵਿੱਚ ਪੇਸ਼ ਕੀਤੀ ਹੈ ਕਿ ਅਦਾਲਤਾਂ ਦੇ ਵਿੱਚ ਸਾਡੇ ਝਗੜੇ, ਜੋ ਅਸੀਂ ਇਨਸਾਫ ਲੈਣ ਜਾਂਦੇ ਹਾਂ ਤੇ ਕਈ ਵਾਰ ਸਾਰੀ ਉਮਰ ਹੀ ਲੋਕਾਂ ਦੀ ਉੱਥੇ ਗੁਜ਼ਰ ਜਾਂਦੀ ਹੈ। ਅਗਲਾ ਕਾਵ ਟੋਟਾ ਹੈ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਉਹਨਾਂ ਦੇ ਦੁੱਖਾਂ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਕਵੀ ਕਹਿੰਦਾ ਹੈ ਕਿ ਮੇਰੇ ਦੋਸਤ ਜਿਹੜੇ ਇਸ ਆਸ ਉੱਤੇ ਜ਼ਬਰ ਦਾ ਸ਼ਿਕਾਰ ਹੋ ਕੇ ਮਰ ਗਏ ਹਨ ਕਿ ਮੈਂ ਉਹਨਾਂ ਦੇ ਦੁੱਖਾਂ ਦਾ ਗੀਤ ਬਣਾ ਕੇ ਦੁਨੀਆ ਨੂੰ ਸੁਣਾਵਾਂਗਾ। ਜੇਕਰ ਮੈਂ ਚੁੱਪ ਰਿਹਾ ਤਾਂ ਉਹਨਾਂ ਦੇ ਦੁੱਖਾਂ ਸੰਬੰਧੀ ਆਪਣੇ ਗੀਤਾਂ ਵਿੱਚ ਜੇਕਰ ਮੈਂ ਕੁਝ ਨਾ ਕਿਹਾ ਤਾਂ ਮੈਨੂੰ ਡਰ ਹੈ ਕਿ ਅਸੰਤੁਸ਼ਟ ਰੂਹਾਂ ਬਣ ਕੇ ਸਦਾ ਭਟਕਦੇ ਰਹਿਣਗੇ ਤੇ ਉਹਨਾਂ ਦੀ ਗਤੀ ਨਹੀਂ ਹੋਵੇਗੀ। ਕਵੀ ਦੇ ਕਹਿਣ ਤੋਂ ਭਾਵ ਹੈ ਕਿ ਜੇਕਰ ਕਿਤੇ ਜ਼ੁਲਮ ਹੋ ਰਿਹਾ ਹੈ, ਜੇਕਰ ਕਿਤੇ ਗਲਤ ਹੋ ਰਿਹਾ ਹੈ ਤੇ ਜੇਕਰ ਅਸੀਂ ਉਸ ਵੇਲੇ ਚੁੱਪ ਰਹਿੰਦੇ ਹਾਂ ਤਾਂ ਅਸੀਂ ਵੀ ਇੱਕ ਤਰੀਕੇ ਨਾਲ ਉਹਨਾਂ ਜ਼ਾਲਮ ਲੋਕਾਂ ਦਾ ਹੀ ਸਾਥ ਦੇ ਰਹੇ ਹੁੰਦੇ ਹਾਂ। ਇਸ ਕਰਕੇ ਜਾਗਦੇ ਹੋਏ ਮਨੁੱਖ ਦਾ, ਇੱਕ ਸੰਵੇਦਨਸ਼ੀਲ ਕਵੀ ਦਾ ਇਹ ਬੋਲਣਾ ਬਣਦਾ ਹੈ, ਇਹ ਲਿਖਣਾ ਬਣਦਾ ਹੈ ਜਿੱਥੇ ਉਸ ਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਕਿਸੇ ਨਾਲ ਨਿਆਂ ਨਹੀਂ ਹੋ ਰਿਹਾ, ਕਿਸੇ ਨਾਲ ਧੱਕਾ ਹੋ ਰਿਹਾ, ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਕਵੀ ਦੀ ਕਲਮ ਦਾ ਉੱਥੇ ਚੱਲਣਾ ਹੀ ਬਣਦਾ ਹੈ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਜਿਵੇਂ ਕਿ ਅੱਜ ਦੇ ਦੌਰ ਦੀ ਵੀ ਗੱਲ ਕਰੀਏ, ਬਹੁਤ ਵੱਡੀ ਗਿਣਤੀ ਵਿੱਚ ਰੁਜ਼ਗਾਰ ਵਾਸਤੇ, ਰੋਜੀ ਲਈ, ਆਪਣੇ ਜੀਵਨ ਨੂੰ ਜਿਉਣ ਦੇ ਲਈ ਸਾਡੇ ਅੱਜ ਦੇ ਸਮੇਂ ਬਹੁਤ ਨੌਜਵਾਨ ਪੜ੍ਹਾਈ ਕਰਨ ਲਈ ਅਤੇ ਉੱਥੇ ਰੁਜ਼ਗਾਰ ਕਰਨ ਲਈ ਵਿਦੇਸ਼ਾਂ ਨੂੰ ਜਾ ਰਹੇ ਨੇ। ਉਹਨਾਂ ਦੇ ਘਰਾਂ ਦੀ ਹਾਲਤ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਵਿਦਿਆਰਥੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਮਾਂ-ਬਾਪ ਇੱਥੇ ਇਕੱਲੇ ਰਹਿ ਜਾਂਦੇ ਨੇ ਤੇ ਜਿਨ੍ਹਾਂ ਦੇ ਮਾਂ-ਬਾਪ ਉੱਥੇ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਇੱਥੇ ਘਰਾਂ ਦਾ ਕੀ ਹਾਲ ਹੁੰਦਾ। ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਵਾਸੀ ਜਿਹੜੇ ਰੋਜੀ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਹਨ, ਜਦੋਂ ਕਦੀ ਆਪਣੇ ਦੇਸ਼ ਨੂੰ ਪਰਤਣਗੇ ਤਾਂ ਕਈਆਂ ਦੇ ਪਰਤਦਿਆਂ ਨੂੰ ਉਹਨਾਂ ਦੀ ਮਾਂ ਦਾ ਸਿਵਾ ਬਲ ਰਿਹਾ ਹੋਵੇਗਾ ਤੇ ਕਈ ਮਾਪਿਆਂ ਦੀਆਂ ਕਬਰਾਂ ਵਿੱਚ ਉੱਗੇ ਰੁੱਖਾਂ ਹੇਠ ਬੈਠ ਕੇ ਨਿਰਾਸ਼ਤਾ ਵਿੱਚ ਡੁੱਬ ਕੇ ਰਹਿ ਜਾਣਗੇ। ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ? ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ? ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜ੍ਹਨ ਲਹਿਣਗੇ। ਕਵੀ ਕਹਿੰਦਾ ਹੈ ਕਿ ਸਾਡੇ ਦੇਸ਼ ਵਿੱਚ ਹੰਕਾਰੇ ਹੋਏ ਸਿਆਸੀ ਲੀਡਰਾਂ ਤੇ ਜ਼ਬਰ ਜ਼ੁਲਮ ਫੈਲਾ ਕੇ ਖਾਮੋਸ਼ ਪੱਥਰ ਦੇ ਬੁੱਤ ਬਣ ਕੇ ਰਹਿਣ ਵਾਲੇ ਹਾਕਮਾਂ ਤੋਂ ਇਨਸਾਫ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਇਹਨਾਂ ਦੀਆਂ ਸਿਆਸੀ ਚਾਲਾਂ ਦੇ ਸਿੱਟੇ ਵਜੋਂ ਫਾਂਸੀ ਉੱਪਰ ਟੰਗੇ ਜਾਣ ਵਾਲਿਆਂ ਨੂੰ ਕੋਈ ਨਹੀਂ ਬਚਾ ਸਕਦਾ, ਕਿਉਂਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹੈ। ਇੱਥੇ ਇਨਸਾਫ ਮਿਲਣ ਦੀ ਆਸ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਰਾਜ ਬਦਲੇਗਾ। ਆਖਰ ਸੂਰਜ ਦੇ ਚੜ੍ਹਨ ਲਹਿਣ ਵਾਂਗ ਰਾਜ ਪਲਟਾ ਅਵੱਸ਼ ਹੀ ਆਵੇਗਾ।
ਇਹ ਜੋ ਰੰਗਾਂ 'ਚ ਚਿਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ, ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ, ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ। ਕਵੀ ਕਹਿੰਦਾ ਹੈ ਕਿ ਵਰਤਮਾਨ ਸਿਆਸੀ ਪ੍ਰਬੰਧ ਨੇ ਜੋ ਆਪਣੇ ਨਾਮਾਂ ਦੇ ਰੰਗਦਾਰ ਚਿੱਤਰ ਉਲੀਕੇ ਹਨ, ਇਹ ਮਿਟ ਜਾਣਗੇ। ਇਹਨਾਂ ਦੁਆਰਾ ਸੰਗਮਰਮਰ ਵਿੱਚ ਉਕਰ ਕੇ ਆਪਣੇ ਨਾਮਾਂ ਦੇ ਜੋ ਪੱਥਰ ਲਾਏ ਗਏ ਹਨ, ਇਹ ਕਾਇਮ ਨਹੀਂ ਰਹਿਣੇ, ਪਰੰਤੂ ਲੋਕ ਆਗੂਆਂ ਨੇ ਲੋਕਾਂ ਦੀ ਗਵਾਹੀ ਕਰਦਿਆਂ ਜੋ ਸ਼ਬਦ ਹਵਾ ਵਿੱਚ ਵੀ ਲਿਖ ਦਿੱਤੇ, ਉਹ ਸਦਾ ਕਾਇਮ ਰਹਿਣਗੇ। ਅਰਥਾਤ ਉਹ ਆਪਣੇ ਲੋਕ ਹਿਤਕਾਰੀ ਕੰਮਾਂ ਕਰਕੇ ਸਦਾ ਅਮਰ ਰਹਿਣਗੇ। ਕਵੀ ਦੇ ਕਹਿਣ ਤੋਂ ਭਾਵ ਹੈ ਕਿ ਅਗਰ ਕੋਈ ਆਪਣੇ ਬਹੁਤ ਨਾਵਾਂ ਵਾਲੇ ਪੱਥਰ ਲਗਾ ਦਿੰਦਾ ਹੈ, ਬਹੁਤ ਖਰਚਾ ਕਰਦਾ ਹੈ ਆਪਣਾ ਨਾਮ ਚਮਕਾਉਣ ਲਈ, ਇਸ ਤਰ੍ਹਾਂ ਦੇ ਜੋ ਟਕਵੰਜ ਕਰਦਾ ਹੈ, ਪਰ ਉਸ ਦਾ ਨਾਮ ਲੋਕਾਂ ਦੇ ਮਨ ਵਿੱਚ ਸਦਾ ਲਈ ਨਹੀਂ ਰਹੇਗਾ। ਜੋ ਲੋਕਾਂ ਦੇ ਲਈ ਕੰਮ ਕਰਦਾ ਹੈ, ਜੋ ਸਮਾਜ ਦੇ ਭਲੇ ਲਈ ਦਿਲੋਂ ਕੰਮ ਕਰਦਾ ਹੈ, ਉਹਨਾਂ ਦੇ ਜਿਹੜੇ ਹਰਫ ਨੇ, ਉਹਨਾਂ ਦੇ ਕੰਮ ਨੇ ਹਮੇਸ਼ਾ ਹੀ ਅਮਰ ਰਹਿਣਗੇ। ਇਸ ਕਰਕੇ ਲੋਕ ਹਿਤਕਾਰੀ ਕੰਮਾਂ ਦੀ ਕਵੀ ਨੇ ਇਸ ਦੇ ਵਿੱਚ ਗੱਲ ਕੀਤੀ ਹੈ ਕਿ ਉਹਨਾਂ ਕੰਮਾਂ ਨੂੰ ਹੀ ਕਰਨ ਦੀ ਲੋੜ ਹੈ ਜੋ ਸਾਡੇ ਸਮਾਜ ਦੇ ਭਲੇ ਲਈ ਹੋਣ, ਜੋ ਸਾਡੇ ਸਮਾਜ ਦੀ ਬਰਾਬਰੀ ਲਈ, ਸਾਰਿਆਂ ਦੇ ਹੱਕਾਂ ਲਈ ਹੋਣ। ਅਜਿਹੇ ਕੰਮਾਂ ਦੀ, ਅਜਿਹੇ ਲੋਕਾਂ ਦੀ ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਲੋੜ ਹੈ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ, ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕਿ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਕਵੀ ਕਹਿੰਦਾ ਹੈ ਕਿ ਸ਼ਾਇਦ ਮੇਰਾ ਵਹਿਮ ਹੀ ਹੈ ਕਿ ਮੇਰੇ ਮਰਨ ਮਗਰੋਂ ਰਾਜ ਪਲਟਾ ਹੋਣ ਤੇ ਮੇਰੀ ਕਬਰ ਉੱਪਰ ਕੋਈ ਦੀਵਾ ਜਗੇਗਾ, ਅਰਥਾਤ ਮੇਰੇ ਵਿਚਾਰਾਂ ਦੀ ਕੋਈ ਮਾਨਤਾ ਹੋਵੇਗੀ। ਜੇਕਰ ਕਬਰਾਂ ਉੱਪਰ ਇਹੋ ਹੀ ਹਵਾ ਚੱਲਦੀ ਰਹੀ, ਅਰਥਾਤ ਜਬਰ ਜ਼ੁਲਮ ਤੇ ਅਨਿਆਂ ਇਸੇ ਤਰ੍ਹਾਂ ਹੀ ਕਾਇਮ ਰਿਹਾ, ਤਾਂ ਮੈਨੂੰ ਡਰ ਹੈ ਕਿ ਕਬਰਾਂ ਉੱਤੇ ਕੋਈ ਦੀਵਾ ਤਾਂ ਕੀ ਜਗਣਾ, ਘਰਾਂ ਵਿੱਚ ਵੀ ਦੀਵੇ ਜਗਦੇ ਨਹੀਂ ਰਹਿਣਗੇ। ਸੋ ਇਸ ਤਰ੍ਹਾਂ ਕਵੀ ਨੇ ਕਿੰਨੇ ਵੱਡੇ ਸਵਾਲ ਖੜੇ ਕੀਤੇ ਨੇ ਸਾਡੇ ਅਜੋਕੇ ਰਾਜ ਪ੍ਰਬੰਧ ਤੇ, ਸਾਡੇ ਅਜੋਕੇ ਦੌਰ ਦੇ ਜੋ ਰਾਜ ਕਰਨ ਵਾਲੇ ਲੋਕ ਨੇ ਉਹਨਾਂ ਤੇ, ਕਿ ਕਿਸ ਤਰ੍ਹਾਂ ਉਹ ਪਹਿਲਾਂ ਤਾਂ ਜੋ ਸਾਡੇ ਇਨਸਾਫ ਦੇ ਫੈਸਲੇ ਨੇ ਉਹ ਅਦਾਲਤਾਂ ਦੇ ਵਿੱਚ ਇੰਨੇ ਲੰਬੇ ਹੋ ਜਾਂਦੇ ਨੇ ਕਿ ਲੋਕਾਂ ਦੀ ਉਮਰ ਬੀਤ ਜਾਂਦੀ ਹੈ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ। ਪਰ ਉਸ ਤੋਂ ਬਾਅਦ ਕਵੀ ਅਖੀਰ ਦੇ ਵਿੱਚ ਇਸ ਗੱਲ ਲਈ ਵੀ ਚਿੰਤਾ ਕਰਦਾ ਹੈ ਕਿ ਜੇ ਇਹੋ ਕੁਝ ਰਿਹਾ ਤਾਂ ਕਬਰਾਂ ਉੱਤੇ ਤਾਂ ਕਿ ਸਭ ਘਰਾਂ ਦੇ ਵੀ ਦੀਵੇ ਨੇ ਜੋ ਬੁਝੇ ਰਹਿਣਗੇ। ਬਹੁਤ ਸਾਰੇ ਸਵਾਲ ਇਸ ਰਚਨਾ ਦੇ ਵਿੱਚ ਸਾਡੇ ਸਾਹਮਣੇ, ਸਮਾਜ ਦੇ ਸਾਹਮਣੇ ਕਵੀ ਨੇ ਪੇਸ਼ ਕੀਤੇ ਨੇ। ਅਜਿਹੀਆਂ ਰਚਨਾਵਾਂ ਜਿੱਥੇ ਸਾਨੂੰ ਇੱਕ ਨਵੀਂ ਚਿਣਗ ਲਾਉਂਦੀਆਂ ਨੇ, ਇੱਕ ਨਵੀਂ ਰੋਸ਼ਨੀ ਦਿੰਦੀਆਂ ਨੇ, ਉੱਥੇ ਸਾਨੂੰ ਆਪਣੇ ਆਪ ਨਾਲ ਮੰਥਨ ਕਰਨ ਲਈ ਵੀ ਸ਼ਬਦ ਦਿੰਦੀਆਂ ਨੇ, ਮੌਕਾ ਦਿੰਦੀਆਂ ਨੇ, ਮਾਹੌਲ ਦਿੰਦੀਆਂ ਨੇ ਕਿ ਇਸ ਪ੍ਰਬੰਧ ਨੂੰ ਬਦਲਣ ਲਈ ਅਸੀਂ ਕਿੱਥੇ ਕੁ ਖੜ੍ਹੇ ਹਾਂ, ਸਾਡਾ ਕੀ ਫਰਜ਼ ਬਣਦਾ ਹੈ। ਕਿਤੇ ਇਹ ਤਾਂ ਨਹੀਂ ਕਿ ਅਸੀਂ ਇਸ ਤਰ੍ਹਾਂ ਦੇ ਮਾਹੌਲ ਨੂੰ ਵੇਖ ਕੇ ਚੁੱਪ ਹੋ ਕੇ ਬੈਠ ਜਾਂਦੇ ਹਾਂ, ਤਾਂ ਆਉਣ ਵਾਲਾ ਸਮਾਂ ਸਾਡੇ ਤੋਂ ਇਹ ਜਵਾਬ ਜ਼ਰੂਰ ਮੰਗੇਗਾ ਕਿ ਜਦੋਂ ਸਾਡੇ ਸਮਾਜ ਦੇ ਵਿੱਚ ਜ਼ੁਲਮ ਹੋ ਰਿਹਾ ਸੀ, ਜਦੋਂ ਇਸ ਤਰ੍ਹਾਂ ਹੋ ਰਿਹਾ ਸੀ, ਤਾਂ ਤੁਸੀਂ ਉਸ ਵੇਲੇ ਬੋਲੇ ਕਿਉਂ ਨਹੀਂ, ਤੁਸੀਂ ਉਸ ਵੇਲੇ ਆਪਣੀ ਆਵਾਜ਼ ਕਿਉਂ ਨਹੀਂ ਉਠਾਈ। ਇਸੇ ਕਰਕੇ ਹੀ ਕਵੀ ਲਿਖਦਾ ਹੈ ਕਿ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਸੋ ਜੇਕਰ ਅਸੀਂ, ਜਦੋਂ ਸਾਨੂੰ ਕਿਤੇ ਵੀ ਲੱਗੇ ਕਿ ਅਨਿਆਂ ਹੋ ਰਿਹਾ, ਜੇਕਰ ਉਸ ਵੇਲੇ ਨਹੀਂ ਬੋਲਦੇ ਤਾਂ ਸਾਡਾ ਆਪਣਾ ਆਪ, ਸਾਡਾ ਆਲਾ ਦੁਆਲਾ ਸਾਡੇ ਤੋਂ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਮੰਗੇਗਾ। ਅਗਲਾ ਪ੍ਰਸ਼ਨ ਹੈ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ। ਸਾਡੇ ਦੇਸ਼ ਵਿੱਚ ਵਰਤਮਾਨ ਸਿਆਸੀ ਹਨੇਰਗਰਦੀ ਤੇ ਅਨਿਆਂ ਭਰੇ ਵਾਤਾਵਰਣ ਵਿੱਚ ਆਮ ਮਨੁੱਖ ਦੀ ਹਾਲਤ ਬੇਬਸੀ ਤੇ ਨਿਰਾਸ਼ਾ ਭਰੀ ਹੈ। ਕੁਝ ਕੁ ਵਸਤੂਨਿਸ਼ਟ ਪ੍ਰਸ਼ਨ ਨੇ। ਕਵੀ ਦੇ ਚੁੱਪ ਰਹਿਣ ਤੇ ਰੂਹਾਂ ਬਣ ਕੇ ਕੌਣ ਭਟਕਦੇ ਰਹਿਣਗੇ। ਕਵੀ ਦੇ ਦੋਸਤ ਵਿਦੇਸ਼ਾਂ ਤੋਂ ਵਾਪਸ ਪਰਤਣ ਵੇਲੇ ਕਿਹੋ ਜਿਹੀ ਅੱਗ ਸੇਕਣਗੇ, ਨਿਰਾਸ਼ਤਾ ਦੀ ਅੱਗ। ਕਵੀ ਅਨੁਸਾਰ ਕਿਹੜੇ ਹਰਫ ਹਮੇਸ਼ਾ ਲਿਖੇ ਰਹਿਣਗੇ, ਇਨਕਲਾਬੀਆਂ ਦੁਆਰਾ ਲਿਖੇ ਗਏ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਵਿਤਾ ਕਿਸ ਕਵੀ ਦੀ ਰਚਨਾ ਹੈ। ਡਾਕਟਰ ਸੁਰਜੀਤ ਪਾਤਰ ਜੀ। ਕਵੀ ਨੇ ਹਨੇਰਾ ਕਿਸ ਨੂੰ ਕਿਹਾ ਹੈ? ਸਿਆਸੀ ਹਨੇਰਗਰਦੀ ਨੂੰ। ਕਵੀ ਨੇ ਹਕੀਕਤ ਉਜਾਗਰ ਕਰਨ ਵਾਲੀਆਂ ਸ਼ਕਤੀਆਂ ਲਈ ਕਿਹੜਾ ਰੂਪਕ ਵਰਤਿਆ ਹੈ? ਸ਼ਮਾਦਾਨ। ਅਦਾਲਤਾਂ ਵਿੱਚ ਫੈਸਲਿਆਂ ਬਾਰੇ ਕੀ ਹੁੰਦਾ ਹੈ? ਲਮਕਦੇ ਹਨ। ਲੋਕ ਵਿਦੇਸ਼ਾਂ ਵਿੱਚ ਕਿਉਂ ਗਏ ਹਨ? ਰੋਜੀ ਲਈ। ਕੌਣ ਮਰਨ ਕੰਢੇ ਪਈ ਮਾਂ ਦੇ ਕੋਲ ਵੀ ਨਹੀਂ ਹੁੰਦੇ, ਵਿਦੇਸ਼ਾਂ ਵਿੱਚ ਗਏ ਲੋਕ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ।
कविता दी सुर किहो जिही है, निराशता भरी। ਆਪਾਂ ਇਸ ਕਵਿਤਾ ਨੂੰ ਜਵਾਨੀ ਯਾਦ ਕਰਕੇ ਸਾਡੇ ਸਕੂਲ ਦੇ ਕਿਸੇ ਵੀ ਸਮਾਗਮ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਸਕਦੇ ਹਾਂ, ਕਿਉਂਕਿ ਬਹੁਤ ਵੱਡੀ ਚੋਟ ਹੈ ਸਾਡੇ ਰਾਜ ਪ੍ਰਬੰਧ ਤੇ, ਸਾਡੇ ਵਰਤਮਾਨ ਹਾਲਾਤਾਂ ਤੇ। ਜਿੱਥੇ ਇਹ ਕਵਿਤਾ ਸਾਡੇ ਹਾਲਾਤਾਂ ਤੇ ਚੋਟ ਹੈ, ਇਸ ਦੇ ਨਾਲ ਹੀ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ, ਬਹੁਤ ਨਵੇਂ ਸਵਾਲ ਦਿੰਦੀ ਹੈ। ਕਿਉਂਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਗਜ਼ਲ ਨੂੰ ਸਮਝ ਕੇ ਪੜ੍ਹ ਲਿਆ, ਇਸ ਦੇ ਅਰਥ ਸਮਝ ਲਏ, ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਦਾ ਆਉਣਾ ਲਾਜ਼ਮੀ ਹੈ। ਉਹਨਾਂ ਦੇ ਮਨ ਵਿੱਚ ਅਨਿਆਂ ਵੇਖ ਕੇ, ਕਿਤੇ ਵੀ ਬੇਇਨਸਾਫੀ ਦੇਖ ਕੇ ਸਵਾਲਾਂ ਦਾ ਉੱਠਣਾ ਲਾਜ਼ਮੀ ਹੈ। ਇਹੋ ਜਿਹੀਆਂ ਰਚਨਾਵਾਂ ਹੀ ਹੁੰਦੀਆਂ ਹਨ ਜੋ ਸਾਡੇ ਅੰਦਰ ਨਵੇਂ ਗੀਤ ਜਗਾਉਂਦੀਆਂ ਹਨ, ਜੋ ਸਾਡੇ ਅੰਦਰ ਨਵੀਂ ਕ੍ਰਾਂਤੀ ਲੈ ਕੇ ਆਉਂਦੀਆਂ ਹਨ, ਜੋ ਸਾਨੂੰ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਸੋ ਇਸ ਕਰਕੇ ਆਪਾਂ ਇਸ ਰਚਨਾ ਨੂੰ ਯਾਦ ਵੀ ਕਰਨਾ ਹੈ। ਜਿੱਥੇ ਕਿਸੇ ਸਮਾਗਮ ਵਿੱਚ ਬੋਲ ਸਕਦੇ ਹਾਂ, ਉੱਥੇ ਰਚਨਾ ਹਮੇਸ਼ਾ ਹੀ ਸਾਡਾ ਰਾਹ ਦਸੇਰਾ ਬਣੇਗੀ। ਉਹਨਾਂ ਲੋਕਾਂ ਲਈ ਸਾਨੂੰ ਕੁਝ ਕਰਨ ਲਈ ਪ੍ਰੇਰੇਗੀ ਜਿਹੜੇ ਸਮਾਜ ਦੇ ਦੱਬੇ ਕੁਚਲੇ ਲੋਕ ਨੇ, ਜਿਨ੍ਹਾਂ ਨੂੰ ਅਜੇ ਵੀ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਮੌਕਾ ਨਹੀਂ ਮਿਲਿਆ। ਸੋ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਆਪਾਂ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਜ਼ਰੂਰ ਪੜ੍ਹਨੀਆਂ ਨੇ। ਪਾਤਰ ਸਾਹਿਬ ਦੀਆਂ ਹੋਰ ਪੁਸਤਕਾਂ ਵੀ ਤੁਹਾਡੇ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਹੋਣਗੀਆਂ, ਉਹਨਾਂ ਰਚਨਾਵਾਂ ਨੂੰ ਵੀ ਤੁਸੀਂ ਜ਼ਰੂਰ ਪੜ੍ਹਨਾ। ਇੱਕ ਵਾਰ ਫਿਰ ਆਪਾਂ ਇਹਨਾਂ ਦੀ ਰਚਨਾ ਸੁਣਦੇ ਹਾਂ, ਪਰ ਤੁਸੀਂ ਸਾਰੇ ਵਿਦਿਆਰਥੀਆਂ ਨੇ ਇਹਨਾਂ ਵਿੱਚੋਂ ਜੋ ਤੁਹਾਨੂੰ ਨਵੇਂ ਸ਼ਬਦ ਅੱਜ ਸੁਣਨ ਨੂੰ ਮਿਲੇ ਨੇ, ਨਵੇਕਲੇ ਸ਼ਬਦ ਮਿਲੇ ਨੇ, ਨਵੇਕਲੇ ਅਰਥ ਮਿਲੇ ਨੇ, ਉਹਨਾਂ ਨੂੰ ਆਪਣੀ ਕਾਪੀ 'ਤੇ ਜ਼ਰੂਰ ਲਿਖ ਲੈਣਾ ਹੈ। ਸੋ ਆਪਾਂ ਇੱਕ ਵਾਰ ਫਿਰ ਗਾਉਂਦੇ ਹਾਂ ਉਹਨਾਂ ਦੀ ਇਸ ਰਚਨਾ ਨੂੰ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਜਿਹੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਯਾਰ ਮੇਰੇ ਜੋ ਇਸ ਹਾਸ ਤੇ ਮਰ ਗਏ, ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਛ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ। ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਜੇ ਹਵਾ ਇਹ ਰਹੀ ਕਬਰਾਂ ਉੱਤੇ, ਤਾਂ ਕਿ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ।
मेरा जीना मेरे यार किंज सहणगे।